ਹੈਲੋ ਸਟੂਡੈਂਟਸ, ਸੋਸ਼ਲ ਸਾਇੰਸ PSEB YouTube ਚੈਨਲ ਤੇ ਮੈਂ ਹਰਜਿੰਦਰ ਸਿੰਘ ਆਪ ਜੀ ਦਾ ਹਾਰਦਿਕ ਸਵਾਗਤ ਕਰਦਾ ਹਾਂ। ਇਸ ਚੈਨਲ ਤੇ ਤੁਹਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਸਮਾਜਿਕ ਸਿੱਖਿਆ ਵਿਸ਼ੇ ਲਈ ਵੀਡੀਓਜ਼ ਪੰਜਾਬੀ ਅਤੇ ਇੰਗਲਿਸ਼ ਮੀਡੀਅਮ ਦੇ ਵਿੱਚ ਮਿਲਣਗੀਆਂ। ਸੋ ਸਾਰੇ ਬੱਚੇ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰੋ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਪ੍ਰਾਪਤ ਹੋ ਜਾਵੇ। ਨਾਲ ਹੀ ਵੀਡੀਓ ਨੂੰ ਲਾਈਕ ਅਤੇ ਦੂਜੇ ਬੱਚਿਆਂ ਨਾਲ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਸਟੂਡੈਂਟਸ ਇਸ ਦਾ ਫਾਇਦਾ ਲੈ ਸਕਣ। ਆਓ ਸ਼ੁਰੂਆਤ ਕਰਦੇ ਹਾਂ 8th ਕਲਾਸ ਦੇ ਫਸਟ ਲੈਸਨ ਦੇ ਸੈਕੰਡ ਪਾਰਟ ਦੀ, ਕਿਉਂਕਿ ਇਸ ਦਾ ਪਹਿਲਾ ਪਾਰਟ ਸੀ ਜੋ ਮੈਂ ਆਲਰੇਡੀ ਚੈਨਲ ਤੇ ਅਪਲੋਡ ਕਰ ਚੁੱਕਿਆ। ਸੋ ਜਿਨ੍ਹਾਂ ਬੱਚਿਆਂ ਨੇ ਫਸਟ ਪਾਰਟ ਨਹੀਂ ਦੇਖਿਆ ਉਹ ਚੈਨਲ ਦੀ ਪਲੇਲਿਸਟ ਦੇ ਵਿੱਚ ਜਾਓ ਅਤੇ ਉੱਥੋਂ ਪਹਿਲਾਂ ਫਸਟ ਪਾਰਟ ਦੇਖ ਲਵੋ, ਤਾਂਹੀਓ ਤੁਹਾਨੂੰ ਇਹ ਪਾਰਟ ਸਮਝ ਆਊਗਾ। ਚਲੋ ਸ਼ੁਰੂਆਤ ਕਰਦੇ ਹਾਂ ਆਪਾਂ। ਪਿਛਲੀ ਵੀਡੀਓ ਦੇ ਵਿੱਚ ਆਪਾਂ ਸਾਧਨਾਂ ਦੇ ਬਾਰੇ ਪੜ੍ਹਿਆ ਸੀ, ਇਸ ਦੀਆਂ ਕਿਸਮਾਂ ਦੇ ਬਾਰੇ ਵੀ ਪੜ੍ਹਿਆ ਸੀ। ਤਾਂ ਆਪਾਂ ਇਸ ਦੀਆਂ 3 ਕਿਸਮਾਂ ਕਰ ਚੁੱਕੇ ਹਾਂ। ਜੀਵ ਅਤੇ ਨਿਰਜੀਵ ਸਾਧਨਾਂ ਬਾਰੇ ਆਪਾਂ ਡਿਟੇਲ ਦੇ ਵਿੱਚ ਜਾਣਕਾਰੀ ਹਾਸਲ ਕੀਤੀ ਸੀ। ਫਿਰ ਵਿਕਸਿਤ ਅਤੇ ਸੰਭਾਵਿਤ ਸਾਧਨ, ਫਿਰ ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ, ਇਹਨਾਂ ਦੇ ਬਾਰੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਪੜ੍ਹ ਲਿਆ ਸੀ। ਤਾਂ ਸਾਰੇ ਬੱਚੇ ਉਹ ਵੀਡੀਓ ਜ਼ਰੂਰ ਦੇਖੋ। ਅੱਗੇ ਆਪਾਂ ਅੱਜ ਚੌਥਾ ਪੁਆਇੰਟ ਇਸ ਦਾ ਕਰਨਾ ਗਾ ਮਿੱਟੀ ਅਤੇ ਭੂਮੀ ਸਾਧਨ, ਸੋਇਲ ਐਂਡ ਲੈਂਡ ਰਿਸੋਰਸਿਸ। ਤਾਂ ਸਾਰੇ ਬੱਚਿਆਂ ਨੇ ਅੰਤਰ ਧਿਆਨ ਹੋ ਕੇ ਪੂਰਾ ਮਗਨ ਹੋ ਕੇ ਵੀਡੀਓ ਨੂੰ ਸੁਣਨਾ ਅਤੇ ਸਾਰੀ ਚੰਗੀ ਤਰ੍ਹਾਂ ਸਮਝਣੀ ਹੈ। ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਅਪਰਮੋਸਟ ਲੇਅਰ ਹੁੰਦੀ ਹੈ। ਇਹ ਛੋਟੀ ਜਿਹੀ ਪਰਤ ਹੈ ਜਿਹੜੀ ਮੂਲ ਚੱਟਾਨ ਦੇ ਟੁੱਟਣ ਭੱਜਣ, ਜਲਵਾਯੂ, ਜੀਵਾਂ ਅਤੇ ਰੁੱਖਾਂ ਬੂਟਿਆਂ ਦੇ ਗਲਣ ਸੜਨ ਆਦਿ ਦੇ ਤੱਤਾਂ ਦੇ ਅਸਰ ਕਾਰਨ ਬਣਦੀ ਹੈ। ਤਾਂ ਮਿੱਟੀ ਹੈ ਜਿਹੜੀ ਅਪਰਮੋਸਟ ਲੇਅਰ ਆਫ ਦਾ ਅਰਥ ਹੈ। ਕਹਿਣ ਦਾ ਭਾਵ ਸਭ ਤੋਂ ਉੱਪਰਲੀ ਜਿਹੜੀ ਪਰਤ ਹੁੰਦੀ ਹੈ ਧਰਤੀ ਦੀ, ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਮਿੱਟੀ ਕਹਿੰਦੇ ਹਾਂ। ਕਿਵੇਂ ਬਣਦੀ ਹੈ ਇਹ? ਚਟਾਨਾਂ ਦੇ ਟੁੱਟਣ ਭੱਜਣ ਦੇ ਕਾਰਨ। ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਚਟਾਨਾਂ ਸੀ ਉਹ ਟੁੱਟੀਆਂ ਭੱਜੀਆਂ, ਉਹਦੇ ਕਾਰਨ ਜਲਵਾਯੂ ਦੇ ਕਾਰਨ ਬਣੀ ਹੈ। ਜੀਵਾਂ ਅਤੇ ਰੁੱਖਾਂ ਬੂਟਿਆਂ ਦੇ ਗਲਣ ਸੜਨ ਦੇ ਕਾਰਨ ਇਹ ਹੋਂਦ ਦੇ ਵਿੱਚ ਆਉਂਦੀ ਹੈ। ਫਿਰ ਮਿੱਟੀ ਮਨੁੱਖ ਵਾਸਤੇ ਇੱਕ ਬਹੁਤ ਹੀ ਮਹੱਤਵਪੂਰਨ ਸਾਧਨ ਹੈ। ਇਹ ਪੌਦਿਆਂ ਅਤੇ ਫਸਲਾਂ ਦੇ ਉੱਗਣ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਦੇਖੋ, ਮਨੁੱਖ ਦੀ ਉਤਪਤੀ, ਜੀਵਾਂ ਦੇ ਵਿਕਾਸ ਅਤੇ ਪੌਦਿਆਂ ਦੇ ਵਾਸਤੇ ਮਿੱਟੀ ਹੈ ਜਿਹੜੀ ਬਹੁਤ ਜ਼ਿਆਦਾ ਲਾਹੇਵੰਦ ਹੈ, ਕਿਉਂਕਿ ਪੇੜ ਪੌਦਿਆਂ ਦੇ ਹਿਊਮਨ ਬੀਇੰਗ ਹੈ ਜਿਹੜਾ ਮਨੁੱਖ ਆ ਉਹ ਨਿਰਭਰ ਕਰਦਾ ਹੈ। ਪੇੜ ਪੌਦਿਆਂ ਦੇ ਉੱਪਰ ਸਾਰੀ ਜਿਹੜੀ ਪਰਿਸਥਿਤੀ ਆ, ਆਪਣੀ ਸਾਰੀ ਕੁਦਰਤ ਹੈ ਜਿਹੜੀ ਉਹ ਟਿਕੀ ਹੋਈ ਹੈ। ਇਸ ਕਰਕੇ ਮਿੱਟੀ ਹੈ ਜੋ ਧਰਤੀ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੈ? ਸਾਡੇ ਵਾਸਤੇ ਇੱਕ ਰਿਸੋਰਸ ਹੈ। ਪੌਦੇ ਅਤੇ ਫਸਲਾਂ ਮਨੁੱਖ ਦੇ ਜੀਵਨ ਦਾ ਅਨਿੱਖੜਵਾਂ ਅੰਗ ਹਨ, ਕਿਉਂਕਿ ਜਿਹੜਾ ਮਨੁੱਖ ਆ ਉਹ ਪੌਦਿਆਂ 'ਤੇ ਅਤੇ ਫਸਲਾਂ 'ਤੇ ਪੂਰੀ ਤਰ੍ਹਾਂ ਨਿਰਭਰ ਕਰਦਾ ਹੈ। ਅਤੇ ਜਿਹੜੇ ਪੌਦੇ ਅਤੇ ਫਸਲਾਂ ਨੇ ਉਹ ਕਿੱਥੇ ਉਗਦੇ ਹੈ? ਮਿੱਟੀ ਦੇ ਵਿੱਚ ਹੀ ਉਗਦੇ ਹੈ। ਤਾਂ ਇਸ ਕਰਕੇ ਮਿੱਟੀ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਇੰਪੋਰਟੈਂਟ ਕੀ ਹੈ? ਸਾਧਨ ਹੈ। ਬਨਸਪਤੀ ਤੋਂ ਬਿਨਾਂ ਮਨੁੱਖ ਦਾ ਜੀਵਨ ਲਗਭਗ ਅਸੰਭਵ ਹੈ। ਆਪਾਂ ਦੇਖੋ ਬਨਸਪਤੀ 'ਤੇ ਪੂਰੀ ਤਰ੍ਹਾਂ ਨਿਰਭਰ ਕਰਦੇ ਹਾਂ। ਬਨਸਪਤੀ ਤੋਂ ਬਿਨਾਂ ਜਿਹੜਾ ਮਨੁੱਖ ਦਾ ਜੀਵਨ ਹੈ ਕੀ ਹੈ? ਅਸੰਭਵ ਹੈ, ਕਿਉਂਕਿ ਮਨੁੱਖ ਦਾ ਜੀਵਨ ਹੈ ਬਨਸਪਤੀ 'ਤੇ ਪੂਰੀ ਤਰ੍ਹਾਂ ਨਿਰਭਰ ਕਰਦਾ ਹੈ। ਠੀਕ ਹੈ ਜੀ। ਬਨਸਪਤੀ ਤੋਂ ਹੀ ਅਸੀਂ ਸਾਰੀਆਂ ਖਾਦ ਪਦਾਰਥ ਹਾਸਲ ਕਰਦੇ ਹਾਂ, ਫੈਕਟਰੀਆਂ ਦੇ ਵਾਸਤੇ ਰॉ ਮਟੀਰੀਅਲ ਇਕੱਠਾ ਕਰਦੇ ਹਾਂ। ਸਾਰਾ ਕੁਝ ਕਿਸ 'ਤੇ ਨਿਰਭਰ ਹੈ? ਆਪਣੀ ਕੁਦਰਤੀ ਬਨਸਪਤੀ 'ਤੇ ਹੀ ਨਿਰਭਰ ਹੈ। ਮਿੱਟੀ ਦੀਆਂ ਕਈ ਕਿਸਮਾਂ ਹਨ। ਜਿਹੜੀ ਆਪਾਂ ਮਿੱਟੀ ਦੀ ਗੱਲ ਕਰ ਰਹੇ ਹਾਂ ਉਹਦੀਆਂ ਬਹੁਤ ਸਾਰੀਆਂ ਕਿਸਮਾਂ ਨੇ। ਕਿਹੜੀਆਂ ਕਿਸਮਾਂ ਨੇ? ਜਿਵੇਂ ਕਿ ਚੀਕਣੀ ਮਿੱਟੀ, ਦੋਮਟ ਮਿੱਟੀ, ਜਲੌੜ ਮਿੱਟੀ, ਪਰਬਤੀ ਮਿੱਟੀ, ਲਾਲ ਮਿੱਟੀ, ਕਾਲੀ ਮਿੱਟੀ। ਠੀਕ ਹੈ। ਤਾਂ ਇਹ ਸਾਰੀਆਂ ਕੀ ਨੇ? ਮਿੱਟੀ ਦੀਆਂ ਅਲੱਗ-ਅਲੱਗ ਤੌਰ 'ਤੇ ਕਿਸਮਾਂ ਨੇ। ਫਸਲਾਂ ਉਗਾਉਣ ਵਾਸਤੇ ਮਨੁੱਖ ਉਪਜਾਊ ਮਿੱਟੀ ਨੂੰ ਤਰਜੀਹ ਦਿੰਦਾ ਹੈ। ਜਿਹੜੀ ਮਿੱਟੀ ਬਹੁਤ ਜ਼ਿਆਦਾ ਉਪਜਾਊ ਹੁੰਦੀ ਹੈ ਉਸੇ ਦੇ ਵਿੱਚ ਹੀ ਮਨੁੱਖ ਆ ਜੋ ਫਸਲਾਂ ਉਗਾ ਸਕਦਾ ਗਾ। ਉਪਜਾਊ ਮਿੱਟੀ ਜਿਹੜੀ ਫਰਟਾਈਲ ਸੋਇਲਸ ਵਾਲੇ ਇਲਾਕੇ, ਸੰਘਣੀ ਵਸੋਂ ਵਾਲੇ ਅਤੇ ਆਰਥਿਕ ਗਤੀਵਿਧੀਆਂ ਇਕਨੋਮਿਕ ਐਕਟੀਵਿਟੀਜ਼ ਨਾਲ ਭਰਪੂਰ ਹੁੰਦੇ ਨੇ। ਜਿੱਥੇ ਮਿੱਟੀ ਉਪਜਾਊ ਹੋਊਗੀ ਉੱਥੇ ਜਿਹੜੇ ਇਲਾਕੇ ਹੋਣਗੇ ਉੱਥੇ ਆਰਥਿਕ ਤੌਰ 'ਤੇ ਗਤੀਵਿਧੀਆਂ ਬਹੁਤ ਜ਼ਿਆਦਾ ਹੋਣਗੀਆਂ। ਕਿਉਂ? ਕਿਉਂਕਿ ਦੇਖੋ ਮਿੱਟੀ ਉੱਥੇ ਉਪਜਾਊ ਹੈ ਅਤੇ ਜਿੱਥੇ ਉਪਜਾਊ ਮਿੱਟੀ ਹੋਊਗੀ ਉੱਥੇ ਫਸਲ ਬਹੁਤ ਵਧੀਆ ਹੋਊਗੀ, ਅਤੇ ਜਿੱਥੇ ਫਸਲ ਬਹੁਤ ਵਧੀਆ ਹੋਊਗੀ ਉੱਥੇ ਮਨੁੱਖ ਆਰਥਿਕ ਤੌਰ 'ਤੇ ਪੂਰੀ ਤਰ੍ਹਾਂ ਸਟਰੋਂਗ ਹੋਊਗਾ, ਅਮੀਰ ਹੋਊਗਾ ਉਹ, ਜਿੱਥੇ ਫਸਲਾਂ ਵਧੀਆ ਹੋਣਗੀਆਂ। ਅਤੇ ਉੱਥੇ ਉਦਯੋਗ ਵੀ ਵਧੀਆ ਵਿਕਸਿਤ ਹੋਣਗੇ। ਤਾਂ ਸਾਰਾ ਕੁਛ ਕਿਸ 'ਤੇ ਨਿਰਭਰ ਕਰਦਾ? ਮਿੱਟੀ 'ਤੇ ਨਿਰਭਰ ਕਰਦਾ ਹੈ। ਕਿਉਂਕਿ ਜੇਕਰ ਮਿੱਟੀ ਵਧੀਆ ਹੋਊ ਤਾਈਓ ਫਸਲਾਂ ਵਧੀਆ ਹੋਣਗੀਆਂ, ਜੇਕਰ ਫਸਲਾਂ ਵਧੀਆ ਹੋਣਗੀਆਂ ਤਾਈਓ ਉਦਯੋਗ ਵਧੀਆ ਲੱਗਣਗੇ, ਅਤੇ ਜਦੋਂ ਉਦਯੋਗ ਵਧੀਆ ਲੱਗਣਗੇ ਤਾਈਓ ਮਨੁੱਖ ਜਿਹੜਾ ਉਹ ਕੀ ਹੋਊਗਾ? ਆਤਮ ਨਿਰਭਰ ਹੋਊਗਾ, ਅਮੀਰ ਹੋਊਗਾ, ਆਰਥਿਕ ਗਤੀਵਿਧੀਆਂ ਦੇ ਵਿੱਚ ਕੀ ਹੋਊਗਾ? ਸਟਰੋਂਗ ਹੋਊਗਾ। ਅੱਗੇ ਦੇਖੋ ਲੈਂਡ ਦੀ ਗੱਲ ਕਰਦੇ ਹਾਂ। ਲੈਂਡ ਰਿਸੋਰਸਿਸ ਜਾਂ ਭੂਮੀ
ਭੂਮੀ ਦਾ ਅਰਥ ਹੈ ਜ਼ਮੀਨ ਜਿਸ 'ਤੇ ਮਨੁੱਖ ਆਪਣੀਆਂ ਆਰਥਿਕ ਜਾਂ ਕੋਈ ਹੋਰ ਗਤੀਵਿਧੀਆਂ ਕਰਦਾ ਹੈ। ਤਾਂ ਆਪਾਂ ਸਾਰੇ ਕਿਸ 'ਤੇ ਰਹਿੰਦੇ ਹਾਂ? ਜ਼ਮੀਨ ਦੇ ਉੱਪਰ ਹੀ ਰਹਿੰਦੇ ਹਾਂ। ਜ਼ਮੀਨ ਦੇ ਉੱਪਰ ਆਪਾਂ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਅਤੇ ਆਰਥਿਕ ਗਤੀਵਿਧੀਆਂ ਵੀ ਕਰਦੇ ਹਾਂ। ਮਨੁੱਖ ਬਹੁਤ ਲੰਬੇ ਸਮੇਂ ਤੋਂ ਭੂਮੀ ਸਾਧਨ ਦੀ ਵਰਤੋਂ ਕਰਦਾ ਆ ਰਿਹਾ ਹੈ। ਲੈਂਡ ਰਿਸੋਰਸਿਸ ਦੀ ਵਰਤੋਂ ਆ ਜਿਹੜੀ ਉਹ ਪੁਰਾਣੇ ਸਮੇਂ ਤੋਂ ਹੀ ਮਨੁੱਖ ਆ ਜਿਹੜਾ ਕਰਦਾ ਆ ਰਿਹਾ ਹੈ। ਭੂਮੀ ਸਾਧਨ ਦੀ ਵਰਤੋਂ ਮਨੁੱਖ ਦੁਆਰਾ ਖੇਤੀਬਾੜੀ ਕਰਨ, ਠੀਕ ਹੈ ਜੀ, ਖੇਤੀਬਾੜੀ ਲਈ, ਉਦਯੋਗ ਲਗਾਉਣ, ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕਰਨ, ਖੇਡਾਂ ਖੇਡਣ, ਸੈਰ ਸਪਾਟੇ ਆਦਿ ਲਈ ਕੀਤੀ ਜਾਂਦੀ ਹੈ। ਦੇਖੋ ਹਰੇਕ ਚੀਜ਼ ਦੇ ਵਿੱਚ ਹੀ ਆਪਾਂ ਕਿਸ ਦਾ ਵਰਤੋਂ ਕਰਦੇ ਹਾਂ? ਆਪਾਂ ਲੈਂਡ ਦਾ ਇਸਤੇਮਾਲ ਕਰਦੇ ਹਾਂ, ਭੂਮੀ ਦਾ ਇਸਤੇਮਾਲ ਕਰਦੇ ਹਾਂ। ਆਪਾਂ ਘਰ ਬਣਾਉਣੇ ਆ, ਕਿੱਥੇ ਬਣਾਉਣੇ ਆ? ਜ਼ਮੀਨ 'ਤੇ ਬਣਾਉਣੇ ਆ। ਆਪਾਂ ਰਹਿੰਦੇ ਹਾਂ, ਕਿੱਥੇ ਰਹਿੰਦੇ ਹਾਂ? ਜ਼ਮੀਨ 'ਤੇ ਰਹਿੰਦੇ ਹਾਂ। ਖੇਤੀਬਾੜੀ ਆਪਾਂ ਇੱਥੇ ਕਰਦੇ ਹਾਂ, ਉਦਯੋਗ ਇੱਥੇ ਲਗਾਉਣੇ ਆ, ਆਵਾਜਾਈ ਦੇ ਸਾਧਨ ਕਿੱਥੇ ਚੱਲਦੇ ਨੇ? ਜ਼ਮੀਨ 'ਤੇ ਚੱਲਦੇ ਨੇ। ਖੇਡਾਂ ਕਿੱਥੇ ਖੇਡਦੇ ਆ ਛੋਟੇ ਬੱਚੇ? ਤਾਂ ਜ਼ਮੀਨ ਦੇ ਉੱਪਰ ਖੇਡਦੇ ਆ। ਸੈਰ ਸਪਾਟਾ ਆਪਾਂ ਕਿੱਥੇ ਕਰਦੇ ਹਾਂ? ਤਾਂ ਕਿਸ 'ਤੇ ਕਰਦੇ ਹਾਂ? ਆਪਾਂ ਜ਼ਮੀਨ ਦੇ ਉੱਪਰ, ਭੂਮੀ ਦੇ ਉੱਪਰ ਕਰਦੇ ਹਾਂ। ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਰਿਸੋਰਸ ਹੈ ਉਹ ਕੀ ਹੈ? ਜ਼ਮੀਨ ਹੈ। ਕਿਉਂਕਿ ਜੇ ਜ਼ਮੀਨ ਹੈਗੀ, ਜੇ ਲੈਂਡ ਹੈ ਤਾਂ ਹੀ ਉਹ ਆਪਣੀ ਹੋਂਦ ਹੈ, ਠੀਕ ਹੈ। ਜੇ ਜ਼ਮੀਨ ਨਾ ਹੋਵੇ ਤਾਂ ਆਪਾਂ ਕਿੱਥੇ ਰਵਾਂਗੇ? ਇਸ ਕਰਕੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਰਿਸੋਰਸਿਸ ਹੈ ਇਹ ਮਨੁੱਖ ਦੇ ਲਈ। ਭੂਮੀ ਦੀ ਵਰਤੋਂ ਉਸਦੇ ਧਰਾਤਲ, ਢਲਾਣ, ਨੁਹਾਰ, ਮਿੱਟੀ ਦੀ ਕਿਸਮ, ਪਾਣੀ ਦਾ ਨਿਕਾਸ ਜਾਂ ਮਨੁੱਖਾਂ ਦੀਆਂ ਲੋੜਾਂ ਅਨੁਸਾਰ ਹੁੰਦੀ ਹੈ। ਦੇਖੋ ਭੂਮੀ ਦੀ ਵਰਤੋਂ ਆ ਜਿਹੜੀ ਜ਼ਮੀਨ ਦੀ ਵਰਤੋਂ ਆ, ਆਪਾਂ ਕਿਸ ਅਨੁਸਾਰ ਕਰਦੇ ਹਾਂ? ਧਰਾਤਲ ਕਿਹੋ ਜਿਹਾ ਗਾ, ਉਸ ਦੀ ਢਲਾਣ, ਉਸ ਦੀ ਨੁਹਾਰ ਕਿਹੋ ਜਿਹੀ ਹੈ, ਉਸ ਨੂੰ ਦੇਖਦੇ ਹੋਏ ਹੀ ਆਪਾਂ ਉਸ ਦੀ ਵਰਤੋਂ ਕਰਦੇ ਹਾਂ, ਠੀਕ ਹੈ। ਜਦੋਂ ਆਪਾਂ ਕੋਈ ਘਰ ਬਣਾਉਣੇ ਆ ਨਵਾਂ, ਜਾਂ ਆਪਾਂ ਕੋਈ ਖੇਤੀਬਾੜੀ ਕਰਨੀ ਹੈ, ਜ਼ਮੀਨ ਲੈਣੀ ਹੈ, ਤਾਂ ਉਹ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਵੀ ਉਸ ਭੂਮੀ ਦਾ ਧਰਾਤਲ, ਉਸ ਦੀ ਨੁਹਾਰ ਕਿਹੋ ਜਿਹੀ ਹੈ, ਦੇਖਣ ਦੇ ਵਿੱਚ ਕਿਹੋ ਜਿਹੀ ਹੈ, ਮਿੱਟੀ ਇੱਥੋਂ ਕਿਹੋ ਜਿਹੀ ਹੈ। ਫਿਰ ਆਪਾਂ ਉੱਥੇ ਜਾ ਕੇ ਘਰ ਬਣਾਉਣੇ ਆ, ਜਾਂ ਆਪਾਂ ਕੋਈ ਕਰਦੇ ਹਾਂ ਫਸਲਵਾੜੀ ਉੱਥੇ ਬੀਜਦੇ ਹਾਂ, ਠੀਕ ਹੈ। ਮਿੱਟੀ ਦੀ ਕਿਸਮ ਆਪਾਂ ਦੇਖਦੇ ਹਾਂ, ਸਾਰਾ ਕੁਛ। ਪਾਣੀ ਦਾ ਨਿਕਾਸ ਵੀ ਦੇਖਦੇ ਹਾਂ ਆਪਾਂ ਵੀ ਹਾਂ ਭਾਈ ਇੱਥੇ ਪਾਣੀ ਹੈਗਾ ਜਾਂ ਨਹੀਂ ਹੈਗਾ, ਠੀਕ ਹੈ। ਆਪਾਂ ਜਦੋਂ ਘਰ ਲੈਂਦੇ ਹਾਂ ਨਵਾਂ ਕੋਈ ਘਰ, ਜਾਂ ਫਿਰ ਆਪਾਂ ਜ਼ਮੀਨ ਖਰੀਦਣੀ ਹੈ ਕਿਤੇ, ਤਾਂ ਆਹ ਸਾਰੀਆਂ ਚੀਜ਼ਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖ ਕੇ ਹੀ ਖਰੀਦਦੇ ਹਾਂ, ਕਿਉਂਕਿ ਇਹਨਾਂ 'ਤੇ ਆਪਾਂ ਪੂਰੀ ਤਰ੍ਹਾਂ ਨਿਰਭਰ ਹੋਣਾ ਗਾ। ਤਾਂ ਇਸ ਕਰਕੇ ਲੈਂਡ ਰਿਸੋਰਸਿਸ ਹੈ ਜੋ ਭੂਮੀ ਦਾ ਸਾਧਨ ਹੈ, ਉਹ ਵੀ ਮਨੁੱਖੀ ਗਤੀਵਿਧੀਆਂ ਦੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਤਾਂ ਚੌਥਾ ਪੁਆਇੰਟ ਆਪਾਂ ਕੰਪਲੀਟ ਕਰ ਲਿਆ ਚੰਗੀ ਤਰ੍ਹਾਂ, ਮਿੱਟੀ ਅਤੇ ਭੂਮੀ ਸਾਧਨ। ਹੁਣ ਪੰਜਵਾਂ ਪੁਆਇੰਟ ਆਪਾਂ ਕਰਦੇ ਹਾਂ ਸਮੁੰਦਰੀ ਅਤੇ ਖਣਿਜ ਸਾਧਨ, ਮਰੀਨ ਐਂਡ ਮਿਨਰਲ ਰਿਸੋਰਸਿਸ। ਕਿਹੜੇ? ਮਰੀਨ ਐਂਡ ਮਿਨਰਲ ਰਿਸੋਰਸਿਸ, ਸਮੁੰਦਰੀ ਅਤੇ ਖਣਿਜ ਪਦਾਰਥ। ਤਾਂ ਸਾਰੇ ਬੱਚਿਆਂ ਨੇ ਪੂਰਾ ਚੰਗੀ ਤਰ੍ਹਾਂ ਸਮਝਣਾ ਬੇਟਾ। ਦੇਖੋ ਵੀਡੀਓ ਥੋੜ੍ਹੀ ਲੰਬੀ ਹੋ ਜਾਂਦੀ ਹੈ, ਇਸ ਕਰਕੇ ਸਾਰੇ ਬੱਚੇ ਬੋਰ ਨਾ ਹੋਇਆ ਕਰੋ ਕਿਸੇ ਵੀ ਕਿਸਮ ਦਾ। ਜਦੋਂ ਤੁਹਾਨੂੰ ਜਾਣਕਾਰੀ ਪ੍ਰਾਪਤ ਹੋ ਰਹੀ ਹੈ, ਐਕਸਪਲੇਨੇਸ਼ਨ ਹੋ ਰਹੀ ਹੈ, ਤਾਂ ਵੀਡੀਓ ਲੰਬੀ ਹੋ ਜਾਂਦੀ ਹੈ, ਓਕੇ। ਤਾਂ ਇਸ ਕਰਕੇ ਸਾਰੇ ਬੱਚੇ ਧਿਆਨ ਦੇ ਨਾਲ ਸੁਣਦੇ ਰਿਹਾ ਕਰੋ। ਪਾਣੀ ਮਨੁੱਖ ਵਾਸਤੇ ਮੁੱਢਲਾ ਅਤੇ ਬਹੁਤ ਹੀ ਮਹੱਤਵਪੂਰਨ ਸਾਧਨ ਹੈ। ਸਭ ਤੋਂ ਜ਼ਿਆਦਾ ਜੇਕਰ ਆਪਾਂ ਗੱਲ ਕਰੀਏ, ਹਵਾ ਅਤੇ ਪਾਣੀ ਮਨੁੱਖ ਦੇ ਵਾਸਤੇ ਬਹੁਤ ਹੀ ਮਹੱਤਵਪੂਰਨ ਸਾਧਨ ਮੰਨੇ ਜਾਂਦੇ ਨੇ। ਧਰਤੀ ਦਾ ਜਿਹੜਾ ਟੋਟਲ 71% ਜਿਹੜਾ ਹਿੱਸਾ ਗਾ ਉਹ ਪਾਣੀ ਦੇ ਨਾਲ ਢਕਿਆ ਹੋਇਆ ਹੈਗਾ, ਠੀਕ ਹੈ। ਜਿਹੜੀ ਆਪਣੀ ਅਰਥ ਹੈ ਉਸ ਦੇ ਵਿੱਚ ਟੋਟਲ ਜਿਹੜਾ ਹੈਗਾ ਗਾ 71% ਹਿੱਸਾ ਜਿਹੜਾ ਉਹ ਕਿਸ ਦਾ ਗਾ? ਪਾਣੀ ਦਾ। ਅਤੇ 29% ਜਿਹੜਾ ਹਿੱਸਾ ਉਹ ਕਿਸ ਦੇ ਵਿੱਚ ਹੈਗਾ? ਲੈਂਡ ਆ ਜਾਂਦੀ ਹੈ, ਠੀਕ ਹੈ। ਤਾਂ 71% ਜਿਹੜਾ ਹਿੱਸਾ ਗਾ ਪਾਣੀ ਹੈ, ਇਹ ਬਹੁਤ ਹੀ ਜ਼ਿਆਦਾ ਕੀ ਹੈ? ਸਾਡੇ ਵਾਸਤੇ ਜ਼ਰੂਰੀ ਹੈ, ਜੀਵਨ ਦੇ ਵਾਸਤੇ। ਤਾਂ ਪਾਣੀ ਸਾਨੂੰ ਕਿੱਥੇ ਕਿੱਥੇ ਮਿਲਦਾ? ਪਾਣੀ ਸਾਨੂੰ ਵੱਡੇ ਵੱਡੇ ਭੰਡਾਰਾਂ ਦੇ ਵਿੱਚ ਮਿਲਦਾ, ਸਾਗਰਾਂ ਦੇ ਵਿੱਚ, ਜਿਹਨੂੰ ਆਪਾਂ ਓਸ਼ਨਸ ਕਹਿ ਦਿੰਦੇ ਹਾਂ, ਸਮੁੰਦਰਾਂ ਦੇ ਵਿੱਚ ਮਿਲਦਾ, ਜਿਹਨਾਂ ਨੂੰ ਸੀਜ਼ ਕਹਿ ਦਿੰਦੇ ਹਾਂ। ਇਹ ਕੀ ਹੈ? ਪਾਣੀ ਦਾ ਬਹੁਤ ਵੱਡਾ ਸਰੋਤ ਨੇ ਧਰਤੀ ਦੇ ਉੱਪਰ। ਕਿਸ ਦੇ ਵਾਸਤੇ? ਹਿਊਮਨ ਬੀਇੰਗ ਦੇ ਵਾਸਤੇ। ਇਹ ਸਮੁੰਦਰ ਬਹੁਤ ਵੱਡੀ ਮਾਤਰਾ ਦੇ ਵਿੱਚ ਜੈਵਿਕ, ਖਣਿਜ ਅਤੇ ਸ਼ਕਤੀ ਸਾਧਨ ਪ੍ਰਦਾਨ ਕਰਦੇ ਨੇ। ਸਮੁੰਦਰ ਨੇ ਜਿਹੜੇ ਸਿਰਫ ਸਾਨੂੰ ਪਾਣੀ ਹੀ ਨਹੀਂ ਦਿੰਦੇ, ਪਾਣੀ ਦਾ ਸਾਧਨ ਹੀ ਨਹੀਂ ਹੈਗੇ, ਇਸ ਤੋਂ ਇਲਾਵਾ ਸਾਨੂੰ ਇੱਥੋਂ ਕੀ ਕੁਛ ਮਿਲਦਾ? ਜੈਵਿਕ ਪਦਾਰਥ ਮਿਲਦੇ ਨੇ, ਖਣਿਜ ਮਿਲਦੇ ਨੇ ਸਮੁੰਦਰਾਂ ਦੇ ਵਿੱਚੋਂ, ਅਤੇ ਸ਼ਕਤੀ ਸਾਧਨ ਮਿਲਦੇ ਨੇ, ਐਨਰਜੀ ਰਿਸੋਰਸਿਸ ਵੀ ਸਾਨੂੰ ਪ੍ਰਾਪਤ ਹੁੰਦੇ ਨੇ ਇਹਨਾਂ ਦੇ ਵਿੱਚੋਂ, ਠੀਕ ਹੈ ਜੀ। ਮੰਨਿਆ ਜਾਂਦਾ ਹੈ ਕਿ ਧਰਤੀ ਦੇ ਸਭ ਤੋਂ ਪਹਿਲਾ ਜੀਵਨ ਸਮੁੰਦਰਾਂ ਤੋਂ ਹੀ ਸ਼ੁਰੂ ਹੋਇਆ ਸੀ। ਜਦੋਂ ਦੇਖੋ ਧਰਤੀ ਬਣੀ ਹੈ, ਓਕੇ, ਜਦੋਂ ਧਰਤੀ ਦਾ ਜਨਮ ਹੋਇਆ ਗਾ ਤਾਂ ਸਭ ਤੋਂ ਇੱਥੇ ਕੁਛ ਨਹੀਂ ਸੀਗਾ। ਸਭ ਤੋਂ ਪਹਿਲਾਂ ਕੀ ਹੈ? ਦੇਖੋ ਇੱਥੇ ਕਾਫੀ ਜ਼ਿਆਦਾ ਇਹ ਗਰਮ ਸੀ, ਲਾਵਾ ਸੀ, ਠੀਕ ਹੈ। ਲਾਵਾ ਸੀ, ਹੌਲੀ ਹੌਲੀ ਲਾਵਾ ਕੀ ਹੋ ਗਿਆ? ਠੰਡਾ ਹੋ ਗਿਆ, ਓਕੇ। ਪ੍ਰਿਥਵੀ 'ਤੇ ਕੀ ਹੋਇਆ? ਲਾਵਾ ਸੀ ਜਿਹੜਾ ਉਹ ਠੰਡਾ ਹੋ ਗਿਆ। ਠੰਡਾ ਹੋਣ ਤੋਂ ਬਾਅਦ ਕੀ ਹੋਇਆ? ਹੌਲੀ ਹੌਲੀ ਮੰਨਿਆ ਜਾਂਦਾ ਇਹ ਵੀ ਪ੍ਰਿਥਵੀ 'ਤੇ ਜਿਹੜੇ ਉਲਕਾ ਪਿੰਡ ਨੇ ਉਹਨਾਂ ਦੀ ਬਰਸਾਤ ਹੋਈ, ਠੀਕ ਹੈ। ਇਹ ਥਿਊਰੀ ਮੰਨੀ ਜਾਂਦੀ ਹੈ ਵੀ ਜਿਹੜੇ ਉਲਕਾ ਪਿੰਡ ਧਰਤੀ ਦੇ ਉੱਪਰ ਡਿੱਗੇ ਉਹਨਾਂ ਦੇ ਵਿੱਚ ਪਾਣੀ ਭਰਿਆ ਹੋਇਆ ਸੀ,
ਜਿਹਦੇ ਕਰਕੇ ਇੱਥੇ ਵਿਸ਼ਾਲ ਮਹਾਸਾਗਰਾਂ ਦਾ ਜਨਮ ਹੋਇਆ, ਧਰਤੀ ਦੇ ਉੱਪਰ ਪਾਣੀ ਆਇਆ। ਤਾਂ ਉਸ ਸਮੇਂ ਕੁਛ ਨਹੀਂ ਸੀਗਾ, ਦੇਖੋ ਧਰਤੀ 'ਤੇ ਜੀਵਨ ਨਹੀਂ ਸੀਗਾ। ਫਿਰ ਹੌਲੀ ਹੌਲੀ ਕੀ ਹੋਇਆ, ਪਾਣੀ ਦੀ ਸਹਾਇਤਾ ਦੇ ਨਾਲ ਧਰਤੀ ਦੇ ਵਿੱਚ ਕਿਸ ਦੀ ਸ਼ੁਰੂਆਤ ਹੋਈ, ਜੀਵਨ ਦੀ ਸ਼ੁਰੂਆਤ ਹੋਈ ਹੌਲੀ ਹੌਲੀ ਧਰਤੀ ਦੇ ਉੱਪਰ। ਓਕੇ ਜੀ, ਤਾਂ ਪਾਣੀ ਤੋਂ ਹੀ ਇਸ ਦੀ ਉਤਪत्ति ਮੰਨੀ ਜਾਂਦੀ ਹੈ। ਇੱਕ ਸੈਲੀ ਜੀਵ ਪੈਦਾ ਹੋਏ, ਦੋ ਸੈਲੀ ਜੀਵ ਪੈਦਾ ਹੋਏ, ਮੱਛੀਆਂ ਪੈਦਾ ਹੋਈਆਂ, ਮਗਰਮੱਛ ਪੈਦਾ ਹੋਏ, ਫਿਰ ਹੌਲੀ ਹੌਲੀ ਜੀਵਨ ਆ ਜਿਹੜਾ ਧਰਤੀ ਦੇ ਉੱਪਰ ਪੈਦਾ ਹੋਇਆ। ਤਾਂ ਸਭ ਤੋਂ ਪਹਿਲਾਂ ਜਿਹੜੀ ਜੀਵਨ ਦੀ ਸ਼ੁਰੂਆਤ ਸੀ ਕਿੱਥੋਂ ਮੰਨੀ ਜਾਂਦੀ ਹੈ, ਉਹ ਪਾਣੀ ਦੇ ਵਿੱਚੋਂ ਹੀ ਮੰਨੀ ਜਾਂਦੀ ਹੈ। ਤਾਂ ਦੇਖੋ ਧਰਤੀ ਦੇ 75% ਜੀਵ ਸਮੁੰਦਰਾਂ ਤੋਂ ਉਤਪੰਨ ਹੋਏ ਹਨ। ਟੋਟਲ 75% ਜਿਹੜੇ ਜੀਵ ਜੰਤੂ ਨੇ ਉਹ ਕਿੱਥੋਂ ਪੈਦਾ ਹੋਏ ਹੈ, ਸਮੁੰਦਰਾਂ ਦੇ ਵਿੱਚੋਂ ਹੀ ਪੈਦਾ ਹੋਏ ਹੈ। ਸਮੁੰਦਰ ਸਾਨੂੰ ਬਹੁਤ ਵੱਡੀ ਮਾਤਰਾ ਵਿੱਚ ਮੱਛੀਆਂ, ਮੋਤੀ, ਘੋਗੇ, ਸਿੱਪੀਆਂ, ਹੀਰੇ ਜਵਾਹਰਾਤ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਕਿੱਥੋਂ ਪ੍ਰਾਪਤ ਹੁੰਦੀਆਂ, ਇਹ ਸਮੁੰਦਰ ਦੇ ਵਿੱਚੋਂ ਮਿਲਦੀਆਂ। ਕਿਹੜੀਆਂ ਕਿਹੜੀਆਂ ਚੀਜ਼ਾਂ, ਮੱਛੀਆਂ ਮਿਲਦੀਆਂ ਸਾਨੂੰ, ਮੋਤੀ ਪ੍ਰਾਪਤ ਹੁੰਦੇ ਨੇ ਸਾਨੂੰ, ਘੋਗੇ ਪ੍ਰਾਪਤ ਹੁੰਦੇ ਨੇ, ਸਿੱਪੀਆਂ, ਹੀਰੇ ਜਵਾਹਰਾਤ, ਇਹ ਸਾਰੀਆਂ ਚੀਜ਼ਾਂ ਨੇ ਸਾਨੂੰ ਕਿੱਥੋਂ ਪ੍ਰਾਪਤ ਹੁੰਦੀਆਂ, ਸਮੁੰਦਰ ਤੋਂ ਪ੍ਰਾਪਤ ਹੁੰਦੀਆਂ। ਤਾਂ ਸਮੁੰਦਰ ਸਿਰਫ ਪਾਣੀ ਦਾ ਸੋਮਾ ਨਹੀਂ ਹੈਗਾ, ਸਗੋਂ ਦੀ ਇਸ ਤੋਂ ਸਾਨੂੰ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਮਿਲਦੀਆਂ, ਜੈਵਿਕ ਚੀਜ਼ਾਂ ਵੀ ਮਿਲਦੀਆਂ ਨੇ। ਜੈਵਿਕ ਦੇ ਵਿੱਚ ਕੀ ਆ ਗਏ, ਮੱਛੀਆਂ ਵਗੈਰਾ ਆ ਗਈਆਂ ਜਿਨ੍ਹਾਂ ਦੇ ਵਿੱਚ ਜੀਵਨ ਹੁੰਦਾ ਹੈ, ਬਾਇਓਟਿਕ ਰਿਸੋਰਸਿਸ। ਮਿਨਰਲਸ ਆ ਗਏ ਜਿਨ੍ਹਾਂ ਦੀ ਆਪਾਂ ਹੁਣੇ ਗੱਲ ਕਰ ਚੁੱਕੇ ਹਾਂ, ਮੋਤੀ ਹੋ ਗਏ, ਘੋਗੇ, ਸਿੱਪੀਆਂ, ਹੀਰੇ ਜਵਾਹਰਾਤ, ਇਹ ਮਿਨਰਲਸ ਦੇ ਵਿੱਚ ਆ ਜਾਂਦੇ ਨੇ। ਠੀਕ ਹੈ, ਅਤੇ ਐਨਰਜੀ ਰਿਸੋਰਸਿਸ ਵੀ ਸਾਨੂੰ ਪ੍ਰਾਪਤ ਹੁੰਦੇ ਨੇ। ਠੀਕ ਹੈ, ਸਾਨੂੰ ਅਜਿਹੇ ਸਾਧਨ ਪ੍ਰਾਪਤ ਹੁੰਦੇ ਨੇ ਇਸ ਤੋਂ ਜਿਸ ਤੋਂ ਅਸੀਂ ਕੀ ਕਰਦੇ ਹਾਂ, ਐਨਰਜੀ ਪ੍ਰਾਪਤ ਕਰ ਸਕਦੇ ਹਾਂ। ਕਹਿਣ ਦਾ ਭਾਵ ਉਸ ਐਨਰਜੀ ਨੂੰ ਵਰਤੋਂ ਦੇ ਵਿੱਚ ਲਿਆ ਕੇ ਉਸ ਤੋਂ ਅਸੀਂ ਹੋਰ ਚੀਜ਼ਾਂ ਦਾ ਨਿਰਮਾਣ ਕਰ ਸਕਦੇ ਹਾਂ। ਕਈ ਥਾਵਾਂ 'ਤੇ ਸਮੁੰਦਰੀ ਤੱਟਾਂ, ਸੀ ਕੋਸਟਸ ਜਿਹੜੇ ਹੁੰਦੇ ਨੇ, ਉਹਨਾਂ ਤੋਂ ਪੈਟਰੋਲੀਅਮ ਪਦਾਰਥ ਵੀ ਪ੍ਰਾਪਤ ਹੁੰਦੇ ਨੇ। ਦੇਖੋ ਸਮੁੰਦਰ ਕਿੰਨੇ ਜ਼ਿਆਦਾ ਗੁਣਕਾਰੀ ਹੈ। ਠੀਕ ਹੈ, ਤਾਂ ਦੇਖੋ ਪੈਟਰੋਲੀਅਮ ਵੀ ਮਿਲਦਾ ਸਾਨੂੰ ਸਮੁੰਦਰਾਂ ਤੋਂ। ਮੱਛੀਆਂ ਸੰਸਾਰ ਦੀ ਮੱਛੀਆਂ ਸੰਸਾਰ ਦੀ ਬਹੁਤ ਵੱਡੀ ਜਨਸੰਖਿਆ ਨੂੰ ਖੁਰਾਕ ਪ੍ਰਦਾਨ ਕਰਦੀਆਂ ਨੇ। ਓਕੇ, ਜਿਹੜੇ ਮੰਨ ਲਓ ਦੇਸ਼ ਨੇ ਜੋ ਜਾਂ ਲੋਕ ਨੇ ਉਹ ਕਿਸ 'ਤੇ ਡਿਪੈਂਡ ਕਰਦੇ ਨੇ, ਸਮੁੰਦਰੀ ਭੋਜਨ 'ਤੇ ਨਿਰਭਰ ਕਰਦੇ ਨੇਗੇ। ਠੀਕ ਹੈ, ਜੈਵਿਕ ਭੋਜਨ 'ਤੇ ਨਿਰਭਰ ਕਰਦੇ ਨੇ। ਤਾਂ ਮੱਛੀਆਂ ਉਹਨਾਂ ਦੇ ਵਾਸਤੇ ਕੀ ਹੈ, ਬਹੁਤ ਵੱਡੇ ਪੱਧਰ 'ਤੇ ਖੁਰਾਕ ਦਾ ਕੰਮ ਕਰਦੀਆਂ। ਖਣਿਜ ਸਾਧਨ ਜਿਹੜੇ ਹੁੰਦੇ ਨੇ, ਮਿਨਰਲ ਰਿਸੋਰਸਿਸ, ਧਰਤੀ ਵਿੱਚੋਂ ਮਿਲਣ ਵਾਲੇ ਪਦਾਰਥ ਹਨ। ਇਹ ਬੁਨਿਆਦੀ ਤੌਰ 'ਤੇ ਦੋ ਤਰ੍ਹਾਂ ਦੇ ਹੁੰਦੇ ਨੇ। ਦੇਖੋ ਖਣਿਜ ਪਦਾਰਥ, ਇੱਕ ਤਾਂ ਆਪਾਂ ਗੱਲ ਕਰ ਲਈ ਸਮੁੰਦਰੀ ਪਦਾਰਥਾਂ ਦੇ ਬਾਰੇ ਤਾਂ ਗੱਲ ਕਰ ਲਈ ਵੀ ਸਮੁੰਦਰ ਸਾਡੇ ਵਾਸਤੇ ਕਿਸ ਤਰ੍ਹਾਂ ਕੀ ਹੈ, ਇੱਕ ਰਿਸੋਰਸ ਹੈ, ਉਹਦੇ ਬਾਰੇ ਆਪਾਂ ਗੱਲ ਕਰ ਲਈ ਵੀ ਸਮੁੰਦਰ ਤੋਂ ਕੀ ਕੁਛ ਮਿਲਦਾ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਖਣਿਜ ਪਦਾਰਥ ਨੇ, ਮਿਨਰਲਸ ਨੇਗੇ। ਠੀਕ ਹੈ, ਉਹ ਕਿਵੇਂ ਸਾਨੂੰ ਪ੍ਰਾਪਤ ਹੁੰਦੇ ਨੇ ਅਤੇ ਕਿਸ ਤਰ੍ਹਾਂ ਉਹਨਾਂ ਦੀ ਇੰਪੋਰਟੈਂਸ ਹੈ। ਹਾਂਜੀ ਬੇਟਾ, ਖਣਿਜ ਸਾਧਨ ਜਿਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਮਿਨਰਲਸ ਰਿਸੋਰਸਿਸ ਕਹਿੰਦੇ ਹਾਂ, ਧਰਤੀ ਵਿੱਚੋਂ ਮਿਲਣ ਵਾਲੇ ਪਦਾਰਥ ਹਨ। ਕਿੱਥੋਂ ਮਿਲਦੇ ਨੇ, ਧਰਤੀ ਦੇ ਵਿੱਚੋਂ ਪ੍ਰਾਪਤ ਹੁੰਦੇ ਨੇ ਸਾਨੂੰ ਇਹ ਮਿਨਰਲਸ ਨੇ ਜੋ ਖਣਿਜ ਪਦਾਰਥ। ਇਹ ਬੁਨਿਆਦੀ ਤੌਰ 'ਤੇ ਦੋ ਤਰ੍ਹਾਂ ਦੇ ਹੁੰਦੇ ਨੇ। ਦੇਖੋ ਠੀਕ ਹੈ, ਜਿਹੜੇ ਖਣਿਜ ਪਦਾਰਥ ਨੇ, ਖਣਿਜ ਸਾਧਨ ਨੇ, ਦੋ ਤਰ੍ਹਾਂ ਦੇ ਮੰਨੇ ਜਾਂਦੇ ਨੇ। ਉਹ ਕਿਹੜੇ ਕਿਹੜੇ ਮੰਨੇ ਜਾਂਦੇ ਨੇ, ਇੱਕ ਤਾਂ ਹੁੰਦੇ ਨੇਗੇ ਧਾਤੂ, ਓਕੇ ਜੀ, ਜਿਹਨਾਂ ਨੂੰ ਆਪਾਂ ਮੈਟਾਲਿਕ ਕਹਿੰਦੇ ਹਾਂ, ਅਤੇ ਇੱਕ ਹੁੰਦੇ ਨੇ ਅਧਾਤੂ ਜਿਹਨਾਂ ਨੂੰ ਆਪਾਂ ਨੋਨ ਮੈਟਾਲਿਕ ਕਹਿੰਦੇ ਹਾਂ। ਠੀਕ ਹੈ, ਤਾਂ ਕਿਹੜੇ ਕਿਹੜੇ ਹੋ ਗਏ, ਇੱਕ ਤਾਂ ਧਾਤੂ ਖਣਿਜ ਪਦਾਰਥ ਹੋ ਗਏ ਮੈਟਾਲਿਕ, ਅਤੇ ਇੱਕ ਹੋ ਗਏ ਨੋਨ ਮੈਟਾਲਿਕ ਅਧਾਤੂ ਖਣਿਜ ਪਦਾਰਥ। ਇਹਨਾਂ ਦੇ ਬਾਰੇ ਆਪਾਂ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰਦੇ ਹਾਂ। ਹਾਂਜੀ, ਕਹਿੰਦਾ ਧਾਤੂ ਖਣਿਜ ਪਦਾਰਥਾਂ ਵਿੱਚ ਕਿਹੜੇ ਕਿਹੜੇ ਆ ਜਾਂਦੇ ਨੇ, ਲੋਹਾ ਆ ਜਾਂਦਾ, ਤਾਂਬਾ, ਚਾਂਦੀ, ਸੋਨਾ, ਐਲੂਮੀਨੀਅਮ ਆਦਿ ਖਣਿਜ ਪਦਾਰਥ ਸ਼ਾਮਲ ਕੀਤੇ ਜਾਂਦੇ ਹਨ। ਓਕੇ, ਤਾਂ ਦੇਖੋ ਧਾਤੂ ਕਿਹੜੇ ਹੋ ਗਏ, ਜਿਵੇਂ ਲੋਹਾ ਹੋ ਗਿਆ, ਠੀਕ ਹੈ, ਤਾਂਬਾ ਹੋ ਗਿਆ, ਚਾਂਦੀ ਹੋ ਗਈ, ਸੋਨਾ ਹੋ ਗਿਆ, ਐਲੂਮੀਨੀਅਮ ਹੋ ਗਿਆ, ਇਹ ਸਾਰੇ ਕੀ ਨੇ, ਧਾਤੂ ਖਣਿਜ ਪਦਾਰਥ ਹੈ, ਮੈਟਾਲਿਕ ਰਿਸੋਰਸਿਸ ਨੇਗੇ। ਅਧਾਤੂ ਕਿਹੜੇ ਹੋ ਗਏ, ਜਿਹੜੇ ਠੋਸ ਨਹੀਂ ਹੋਗੇ। ਠੀਕ ਹੈ, ਲੋਹਾ, ਤਾਂਬਾ, ਚਾਂਦੀ, ਸੋਨਾ, ਐਲੂਮੀਨੀਅਮ, ਇਹ ਤਾਂ ਸਾਰੇ ਠੋਸ ਨੇ ਜਿਹਨਾਂ ਨੂੰ ਆਪਾਂ ਧਾਤੂ ਕਹਿੰਦੇ ਹਾਂ। ਅਤੇ ਦੂਸਰੇ ਨੇ ਜਿਵੇਂ ਦੇਖੋ ਖਣਿਜ ਪਦਾਰਥ ਕਿਹੜੇ ਅਧਾਤੂ ਕਿਹੜੇ ਹੋ ਗਏ, ਜਿਵੇਂ ਪੈਟਰੋਲੀਅਮ ਹੋ ਗਿਆ, ਓਕੇ, ਕੋਲਾ ਹੋ ਗਿਆ, ਅਬਰਕ ਹੋ ਗਿਆ, ਮੈਗਨੀਜ਼ ਹੋ ਗਿਆ, ਇਹ ਪ੍ਰਮੁੱਖ ਨੇਗੇ। ਇਹ ਜ਼ਿਆਦਾ ਠੋਸ ਨਹੀਂ ਹੁੰਦੇ। ਪੈਟਰੋਲੀਅਮ ਤਾਂ ਸਾਨੂੰ ਤਰਲ ਪਦਾਰਥ ਦੇ ਰੂਪ ਦੇ ਵਿੱਚ ਹੀ ਪ੍ਰਾਪਤ ਹੁੰਦਾ ਹੈਗਾ, ਤਾਂ ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਅਧਾਤੂ ਕਹਿੰਦੇ ਹਾਂ। ਖਣਿਜ ਸਾਧਨ ਅਲੱਗ-ਅਲੱਗ ਪ੍ਰਕਾਰ ਦੀਆਂ ਚਟਾਨਾਂ ਤੋਂ ਪ੍ਰਾਪਤ ਕੀਤੇ ਜਾਂਦੇ ਨੇ। ਧਰਤੀ ਉੱਤੇ ਬਹੁਤ ਜ਼ਿਆਦਾ ਚਟਾਨਾਂ ਹੁੰਦੀਆਂ ਨੇ ਅਲੱਗ-ਅਲੱਗ ਕਿਸਮ ਦੀਆਂ, ਉਹਨਾਂ ਦੇ ਵਿੱਚੋਂ ਹੀ ਸਾਨੂੰ ਇਹ ਸਾਰੇ ਸਾਧਨ ਪ੍ਰਾਪਤ ਹੁੰਦੇ ਨੇ। ਖਣਿਜ ਪਦਾਰਥ ਨੇ ਜੋ ਚਟਾਨਾਂ ਤੋਂ ਪ੍ਰਾਪਤ ਖਣਿਜ ਪਦਾਰਥ ਸਿੱਧੇ ਤੌਰ 'ਤੇ ਵਰਤੋਂ ਵਿੱਚ ਨਹੀਂ ਲਿਆਂਦੇ ਜਾਂਦੇ, ਸਗੋਂ ਇਹਨਾਂ ਨੂੰ ਉਦਯੋਗਾਂ ਵਿੱਚ ਸਾਫ਼ ਕਰਕੇ ਵਰਤਿਆ ਜਾਂਦਾ ਹੈ। ਜਿਵੇਂ ਪੈਟਰੋਲੀਅਮ ਨਿਕਲਦਾ ਗਾ, ਓਕੇ, ਪੈਟਰੋਲੀਅਮ ਤੋਂ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਤਿਆਰ ਹੁੰਦੀਆਂ ਨੇ ਜਿਨ੍ਹਾਂ ਨੂੰ ਸਾਫ਼ ਕਰਕੇ ਉਦਯੋਗਾਂ ਦੇ ਵਿੱਚ ਪਹਿਲਾਂ ਲਿਜਾਇਆ ਜਾਂਦਾ, ਉੱਥੋਂ ਸਾਫ਼ ਕੀਤਾ ਜਾਂਦਾ, ਫਿਰ ਉਸ ਨੂੰ ਵਰਤੋਂ ਦੇ ਵਿੱਚ ਲਿਆਂਦਾ ਜਾਂਦਾ।
ਇਸੇ ਤਰ੍ਹਾਂ ਕੋਲਾ ਹੋ ਗਿਆ, ਅਬਰਕ ਹੋ ਗਿਆ, ਮੈਗਨੀਜ਼ ਹੋ ਗਿਆ, ਉਹਨਾਂ ਨੂੰ ਸਿੱਧੇ ਤੌਰ 'ਤੇ ਵਰਤੋਂ ਦੇ ਵਿੱਚ ਨਹੀਂ ਲਿਆਂਦਾ ਜਾਂਦਾ। ਪਹਿਲਾਂ ਇਸ ਨੂੰ ਉਦਯੋਗਾਂ ਦੇ ਵਿੱਚ ਲਿਜਾਇਆ ਜਾਂਦਾ, ਉੱਥੇ ਇਹਨਾਂ ਦੀ ਸਾਫ਼ ਸਫਾਈ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਇਸ ਨੂੰ ਵਰਤੋਂ ਦੇ ਵਿੱਚ ਲਿਆਂਦਾ ਜਾਂਦਾ। ਤਾਂ ਇਸ ਕਰਕੇ ਇਹ ਸਾਰੇ ਕੀ ਨੇ ਸਾਡੇ ਵਾਸਤੇ ਨੋਨ ਮੈਟਾਲਿਕ ਰਿਸੋਰਸਿਸ ਨੇ, ਜੋ ਕਿ ਹਿਊਮਨ ਬੀਇੰਗ ਦੇ ਵਾਸਤੇ, ਮਨੁੱਖ ਦੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਖਣਿਜ ਸਾਡੇ ਉਦਯੋਗਾਂ ਦਾ ਆਧਾਰ ਮੰਨੇ ਜਾਂਦੇ ਨੇ। ਖਣਿਜ ਪਦਾਰਥ ਨੇ ਜਿਹੜੇ ਉਦਯੋਗਾਂ ਦਾ ਆਧਾਰ ਨੇ, ਕਿਉਂਕਿ ਸਾਰੇ ਉਦਯੋਗ ਇਹਨਾਂ ਦੇ ਨਾਲ ਹੀ ਚੱਲਦੇ ਨੇ, ਇਹਨਾਂ ਦੇ ਉੱਪਰ ਹੀ ਨਿਰਭਰ ਨੇ, ਇਸ ਲਈ ਉਹਨਾਂ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ। ਜਿਹੜੇ ਆਪਾਂ ਆਹ ਮੈਟਾਲਿਕ ਰਿਸੋਰਸਿਸ ਅਤੇ ਨੋਨ ਮੈਟਾਲਿਕ ਰਿਸੋਰਸਿਸ ਦੇ ਬਾਰੇ ਚਰਚਾ ਕੀਤੀ ਹੈ ਹੁਣੇ, ਧਾਤੂ ਦੇ ਅਧਾਤੂ ਖਣਿਜ ਪਦਾਰਥਾਂ ਦੇ ਬਾਰੇ, ਇਹ ਸਾਰੇ ਹੀ ਖਣਿਜਾਂ ਦਾ ਆਧਾਰ ਨੇ, ਉਦਯੋਗਾਂ ਦਾ ਆਧਾਰ ਨੇਗੇ। ਉਦਯੋਗ ਇਹਨਾਂ ਤੋਂ ਬਿਨਾਂ ਬਿਲਕੁਲ ਨਹੀਂ ਚੱਲ ਸਕਦੇ। ਓਕੇ, ਤਾਂ ਇਸ ਕਰਕੇ ਸਾਡੇ ਵਾਸਤੇ ਇਹ ਕੀ ਨੇ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਫਿਰ ਅੱਗੇ ਦੇਖੋ 6ਵਾਂ ਪੁਆਇੰਟ ਆਪਣਾ ਮਨੁੱਖੀ ਸਾਧਨ, ਹਿਊਮਨ ਰਿਸੋਰਸਿਸ। ਤਾਂ ਉੱਪਰ ਲਿਖੇ ਸਾਧਨ ਜਿੰਨੇ ਵੀ ਆਪਾਂ 5 ਸਾਧਨ ਕਰ ਲਏ, ਉਹਨਾਂ ਦੀ ਜਿਹੜੀ ਵਰਤੋਂ ਹੈ ਉਹ ਮਨੁੱਖੀ ਸਾਧਨ ਤੋਂ ਬਿਨਾਂ ਨਹੀਂ ਹੋ ਸਕਦੀ। ਹਿਊਮਨ ਰਿਸੋਰਸ ਆ ਜਿਹੜਾ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਧਰਤੀ ਦੇ ਉੱਪਰ ਜਦੋਂ ਜੀਵਨ ਸੀਗਾ, ਠੀਕ ਹੈ, ਸ਼ੁਰੂਆਤ ਦੇ ਵਿੱਚ ਇੱਥੇ ਕੀ ਸੀ, ਜਾਨਵਰ ਸੀ, ਪੇੜ ਪੌਦੇ ਸੀ, ਠੀਕ ਹੈ, ਸਮੁੰਦਰੀ ਜੀਵ ਸੀ, ਸਾਰਾ ਕੁਝ ਸੀ, ਪਰ ਇਹ ਇਹਨਾਂ ਰਿਸੋਰਸਿਸ ਦੀ ਵਰਤੋਂ ਨਹੀਂ ਕਰ ਸਕਦੇ ਸੀ, ਕਿਉਂਕਿ ਉਹਨਾਂ ਦੇ ਵਿੱਚ ਇੰਨਾ ਦਿਮਾਗ ਨਹੀਂ ਸੀ, ਠੀਕ ਹੈ, ਇੰਨੀ ਜ਼ਿਆਦਾ ਉਹਨਾਂ ਨੂੰ ਟੈਕਨੀਕ ਨਹੀਂ ਸੀ, ਜਿਸ ਕਰਕੇ ਇਹਨਾਂ ਸਾਧਨਾਂ ਦੀ ਵਰਤੋਂ ਕਰ ਸਕਦੇ। ਤਾਂ ਇਹਨਾਂ ਸਾਧਨਾਂ ਨੂੰ ਵਰਤੋਂ ਦੇ ਵਿੱਚ ਕਿਸ ਨੇ ਲਿਆਂਦਾ, ਮਨੁੱਖੀ ਸਾਧਨਾਂ ਨੇ ਹੀ ਵਰਤੋਂ ਦੇ ਵਿੱਚ ਲਿਆਂਦਾ। ਮਨੁੱਖੀ ਸਾਧਨ ਜਿੰਨਾ ਟਾਈਮ ਨਹੀਂ ਹੈਗਾ ਸਾਡੇ ਕੋਲ, ਉਹਨਾਂ ਟਾਈਮ ਆਪਾਂ ਉੱਪਰ ਦਿੱਤੇ ਕਿਸੇ ਵੀ ਰਿਸੋਰਸ ਦੀ ਵਰਤੋਂ ਨਹੀਂ ਕਰ ਸਕਦੇ। ਨਾ ਤਾਂ ਆਪਾਂ ਮਿੱਟੀ ਦੀ ਵਰਤੋਂ ਕਰ ਸਕਦੇ ਹਾਂ, ਨਾ ਪਾਣੀ ਦੀ ਵਰਤੋਂ ਕਰ ਸਕਦੇ ਹਾਂ। ਪਾਣੀ ਤਾਂ ਵੈਸੇ ਚਲੋ ਜਾਨਵਰ ਪੀਂਦੇ ਨੇ, ਠੀਕ ਹੈ, ਨਾ ਆਪਾਂ ਮੈਟਾਲਿਕ ਰਿਸੋਰਸ ਦੀ ਵਰਤੋਂ ਕਰ ਸਕਦੇ ਹਾਂ, ਨਾ ਨੋਨ ਮੈਟਾਲਿਕ ਰਿਸੋਰਸ ਦੀ ਵਰਤੋਂ ਕਰ ਸਕਦੇ ਹਾਂ। ਉਹਨਾਂ ਨੂੰ ਵਰਤੋਂ ਦੇ ਵਿੱਚ ਕਿਸ ਨੇ ਲਿਆਂਦਾ ਸੀ, ਜਦੋਂ ਮਨੁੱਖੀ ਦਿਮਾਗ ਨੇ ਕੰਮ ਕਰਨਾ ਸ਼ੁਰੂ ਕਰਤਾ, ਹਿਊਮਨ ਬੀਇੰਗ ਹੈ ਜਿਹੜਾ, ਉਸ ਨੇ ਆਪਣਾ ਵਿਕਾਸ ਕਰ ਲਿਆ, ਉਦੋਂ ਹੀ ਆਪਾਂ ਰਿਸੋਰਸਿਸ ਨੂੰ ਵਰਤੋਂ ਦੇ ਵਿੱਚ ਲਿਆ ਸਕੇ। ਤਾਂ ਇਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ ਚੰਗੀ ਤਰ੍ਹਾਂ। ਹਾਂਜੀ, ਕੁਦਰਤ ਦੁਆਰਾ ਪੈਦਾ ਕੀਤੇ ਗਏ ਸਾਰੇ ਜੀਵਾਂ ਵਿੱਚੋਂ ਮਨੁੱਖ ਨੂੰ ਸਰਵੋਤਮ ਪ੍ਰਾਣੀ ਦਾ ਖਿਤਾਬ ਮਿਲਿਆ। ਜਿੰਨੇ ਵੀ ਪ੍ਰਾਣੀ, ਜਿੰਨੇ ਵੀ ਜੀਵ ਜੰਤੂ ਇਸ ਧਰਤੀ ਦੇ ਉੱਪਰ ਰਹਿੰਦੇ ਨੇ, ਉਹਨਾਂ ਸਭ ਦੇ ਨਾਲੋਂ ਸਰਵ ਸ਼੍ਰੇਸ਼ਠ ਆ ਜਿਹੜਾ, ਠੀਕ ਹੈ, ਉਹ ਕਿਸ ਨੂੰ ਮੰਨਿਆ ਗਿਆ, ਮਨੁੱਖ ਨੂੰ ਮੰਨਿਆ ਗਿਆ। ਕਿਉਂ? ਕਿਉਂਕਿ ਆਪਣੀ ਬੁੱਧੀ ਅਤੇ ਕੰਮ ਕਰਨ ਦੀ ਸ਼ਕਤੀ ਨਾਲ ਮਨੁੱਖ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਾਧਨ ਹੈ। ਮਨੁੱਖ ਦੇ ਵਿੱਚ ਕੀ ਹੈ, ਦਿਮਾਗ ਹੈ, ਬੁੱਧੀ ਹੈ, ਅਤੇ ਕੰਮ ਕਰਨ ਦੀ ਇਹਦੇ ਵਿੱਚ ਸ਼ਕਤੀ ਹੈ, ਜਿਹਦੇ ਕਰਕੇ ਆਪਣੇ ਆਪ ਦੇ ਵਿੱਚ ਹੀ ਮਨੁੱਖ ਆ ਜਿਹੜਾ ਉਹ ਬਹੁਤ ਵੱਡਾ ਕੀ ਇੱਕ ਰਿਸੋਰਸ ਹੈ, ਇੱਕ ਸਾਧਨ ਹੈ। ਓਕੇ, ਧਿਆਨ ਨਾਲ ਗੱਲ ਨੂੰ ਸਮਝਦੇ ਰਹੋ ਬੇਟਾ। ਹੋਰ ਸਾਰੇ ਸਾਧਨਾਂ ਦੀ ਵਰਤੋਂ ਵਿੱਚ ਮਨੁੱਖ ਦੀ ਯੋਗਤਾ ਦਾ ਵਡਮੁੱਲਾ ਯੋਗਦਾਨ ਹੈ। ਤੁਹਾਨੂੰ ਪਹਿਲਾਂ ਹੀ ਦੱਸਿਆ ਮੈਂ ਇਹਦੇ ਬਾਰੇ ਵੀ ਜਿਹੜੇ ਸਾਰੇ ਉੱਪਰ ਦਿੱਤੇ ਸਾਧਨ ਨੇ ਜਿਨ੍ਹਾਂ ਬਾਰੇ ਆਪਾਂ ਪੜ੍ਹਿਆ ਹੈਗਾ, ਉਹਨਾਂ ਨੂੰ ਵਰਤੋਂ ਦੇ ਵਿੱਚ ਕਿਸ ਨੇ ਲਿਆਂਦਾ, ਤਾਂ ਮਨੁੱਖ ਨੇ ਲਿਆਂਦਾ। ਜੇਕਰ ਮਨੁੱਖ ਦਾ ਦਿਮਾਗ ਹੀ ਕੰਮ ਨਹੀਂ ਕਰਨਾ ਸੀ, ਦਿਮਾਗ ਨੇ ਮਨੁੱਖ ਦੇ ਨੇ, ਤਾਂ ਉੱਪਰ ਦਿੱਤੇ ਸਾਧਨਾਂ ਦਾ ਕੋਈ ਮਹੱਤਵ ਨਹੀਂ ਸੀ ਸਾਡੇ ਵਾਸਤੇ, ਆਪਾਂ ਵਰਤੋਂ ਦੇ ਵਿੱਚ ਨਹੀਂ ਲਿਆ ਸਕਦੇ ਸੀ। ਅੱਜ ਦੀ ਜਿਹੜੀ ਕੰਡੀਸ਼ਨ ਹੈ, ਅੱਜ ਆਪਾਂ ਚਾਰ ਚੁਫੇਰੇ ਦੇਖ ਰਹੇ ਹਾਂ, ਜਿਹੜੀਆਂ ਵੀ ਚੀਜ਼ਾਂ ਬਣੀਆਂ ਹੋਈਆਂ, ਜਿਸ ਵੀ ਆਪਾਂ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਾਂ, ਜਿਹੜੇ ਵੀ ਆਸੇ-ਪਾਸੇ ਚੀਜ਼ਾਂ ਆਪਾਂ ਦੇਖ ਰਹੇ ਹਾਂ, ਉਹ ਹਿਊਮਨ ਮੇਡ ਨੇ, ਮਨੁੱਖੀ ਸਾਧਨਾਂ ਨੇ ਹੀ ਬਣਾਇਆ ਹੋਇਆ। ਕਿਸ ਦੀ ਵਰਤੋਂ ਕਰਕੇ ਬਣਾਇਆ ਹੋਇਆ, ਨੈਚੁਰਲ ਰਿਸੋਰਸਿਸ ਦੀ ਵਰਤੋਂ ਕਰਕੇ ਬਣਾਇਆ ਹੋਇਆ। ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਰਿਸੋਰਸ ਕੀ ਹੈ, ਹਿਊਮਨ ਰਿਸੋਰਸ ਹੈ ਸਾਡੇ ਵਾਸਤੇ, ਮਨੁੱਖੀ ਸਾਧਨ ਹੈ। ਹੋਰ ਸਾਧਨਾਂ ਦੀ ਵਰਤੋਂ ਵਿੱਚ ਮਨੁੱਖ ਦੀ ਯੋਗਤਾ ਦਾ ਵਡਮੁੱਲਾ ਯੋਗਦਾਨ ਹੈ। ਕਿਸੇ ਵੀ ਇਲਾਕੇ ਦੇ ਵਿਕਾਸ ਵਿੱਚੋਂ ਮਨੁੱਖੀ ਸਾਧਨਾਂ ਦੇ ਵਿਕਾਸ ਦੀ ਝਲਕ ਮਹਿਸੂਸ ਕੀਤੀ ਜਾ ਸਕਦੀ ਹੈ। ਤੁਸੀਂ ਆਪਣੇ ਆਸੇ-ਪਾਸੇ ਝਾਤੀ ਮਾਰ ਲਓ, ਤੁਹਾਨੂੰ ਜਿੰਨੀਆਂ ਵੀ ਚੀਜ਼ਾਂ ਵਰਤੋਂ ਦੇ ਵਿੱਚ ਦੇਖਣਗੀਆਂ ਦਰੱਖਤਾਂ ਨੂੰ ਛੱਡ ਕੇ, ਉਹ ਤੁਹਾਨੂੰ ਸਾਰੀਆਂ ਨਜ਼ਰ ਆਉਣਗੀਆਂ ਵੀ ਇਹ ਸਾਰੀਆਂ ਚੀਜ਼ਾਂ ਮਨੁੱਖ ਨੇ ਬਣਾਈਆਂ ਹੋਈਆਂ, ਠੀਕ ਹੈ। ਤਾਂ ਉਹ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਆ ਜਿਹੜਾ ਉਹ ਮਨੁੱਖ ਨੇ ਕੀ ਕੀਤਾ, ਆਪਣੇ ਦਿਮਾਗ ਦੀ ਵਰਤੋਂ ਦੇ ਰਾਹੀਂ ਕੁਦਰਤੀ ਸਾਧਨਾਂ ਤੋਂ ਹੀ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ, ਬਣਾਈਆਂ ਸਾਰੀਆਂ ਚੀਜ਼ਾਂ। ਓਕੇ, ਬਾਕੀ ਸਾਰੇ ਸਾਧਨਾਂ ਦਾ ਵਿਕਾਸ ਅਧੂਰਾ ਹੀ ਰਹੇਗਾ ਜਦ ਤੱਕ ਮਨੁੱਖੀ ਸਾਧਨ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ। ਜਿੰਨਾ ਟਾਈਮ ਮਨੁੱਖੀ ਸਾਧਨ ਆ ਜਿਹੜਾ ਆਪਣੇ ਆਪ ਦੇ ਵਿੱਚ ਵਿਕਸਿਤ ਨਹੀਂ ਹੁੰਦਾ, ਡਿਵੈਲਪ ਨਹੀਂ ਕਰਦਾ, ਉਨਾ ਟਾਈਮ ਆਪਾਂ ਕਿਸੇ ਵੀ ਸਾਧਨ ਦਾ ਪ੍ਰਯੋਗ ਨਹੀਂ ਕਰ ਸਕਦੇ। ਤਾਂ ਸਾਧਨਾਂ ਦੇ ਵਿਕਾਸ ਲਈ ਮਨੁੱਖ ਦੇ ਗੁਣ, ਸਮਰੱਥਾ, ਵਿਦਿਅਕ ਅਤੇ ਤਕਨੀਕੀ ਯੋਗਤਾ ਆਦਿ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਤਾਂ ਜੇਕਰ ਆਪਾਂ ਇਹਨਾਂ ਸਾਰੇ ਸਾਧਨਾਂ ਦਾ ਇਸਤੇਮਾਲ ਕਰਨਾ ਗਾ, ਤਾਂ ਉਹਦੇ ਵਾਸਤੇ ਜ਼ਰੂਰੀ ਹੈ ਮਨੁੱਖ ਦੇ ਗੁਣ ਸਾਨੂੰ ਚਾਹੀਦੇ ਨੇ, ਸਮਰੱਥਾ ਚਾਹੀਦੀ ਹੈ, ਵਿਦਿਅਕ ਯੋਗਤਾਵਾਂ ਚਾਹੀਦੀਆਂ, ਤਕਨੀਕੀ ਯੋਗਤਾਵਾਂ ਚਾਹੀਦੀਆਂ, ਤਾਂ ਹੀ ਆਪਾਂ ਰਿਸੋਰਸਿਸ ਦੀ 100% ਵਰਤੋਂ ਕਰ ਸਕਦੇ ਹਾਂ।
ठीक है जी। 100% वरतों अजे तक रिसोर्सिस की नहीं हुई। धरती बहुत वड्डी है, धरती के उपर बहुत सारे अजिहे रिसोर्सिस ने जिन्होंने बारे हजे तक पता भी नहीं लग सकिया। ओके, जे पता लग गया तो अपने को अजिही तकनीक नहीं भी उन्होंने वरतों के विच आपां लिया सकीए। तो जेकर आपां रिसोर्सिस का 100% प्रयोग करना उहदे वास्ते जरूरी है भी जिहड़ा मनुखी साधन है वह की है विकसित होवे, होर आपां तकनीक दे विच वाधा करिए, होर अपनी विद्यक योग्यता दे विच वाधा करिए ताकि जिहड़े साडे आसे पासे दे रिसोर्सिस ने उसनूं असीं वरतों दे विच लिया सकीए। संसार दे सारे देश ही अपने मनुखी साधनों के सही विकास में जुटे हुए हैं ताकि वह होर साधनों का उचित विकास कर सकन। तो सारे देश ने जिहड़े वो किस ते जुटे हुए है भी सारे साधनों का असीं 100% यूज़ कर सकीए, उहदे वास्ते जिहड़ा साडा रिसोर्स है किहड़ा मनुखी साधन है उसका असीं भरपूर विकास कर सकीए। फिर देखो लास्ट पॉइंट है मेरे ख्याल च अपना साधना की सांभ संभाल कंजरवेशन ऑफ रिसोर्सिस आपां किवें कर सकते हैं। ठीक है, तो साधनों को कंजर्व करना, इसकी देखभाल करनी, इसकी सांभ संभाल करनी साडा अहम कर्तव्य है क्योंकि मनुख है जिहड़ा साधनों की अन्ने वाह वरतों कर रहा है। ठीक है, जिहड़े भी साधन सानू उपलब्ध होए है उन्हां दी मनुख है जो अन्ने वाह वरतों कर रहा है। साधन मनुख नूं कुदरत की बहुत वड्डी देन ने। मनुख इन्हां साधनों को अपने विकास वास्ते वरतदा है, अपने विकास के वास्ते सारे ही रिसोर्सिस का इस्तेमाल कर रहा है। मनुख विकास के राह अते होर देशां नाल मुकाबले दे उत्ते तुरिया होया है। मनुख लगातार की कर रहा है बिना सोचे समझ तो साधनों को खत्म कर रहा है क्योंकि की है ये होड़ लगी हुई है एक विकास की। वध तो वध उद्योग बनाए जाण, उन्हां दे विच अन्ने वाह वरतों की जाए रिसोर्सिस की, तो बाकी देशों के नालों अगे निकलिया जाए। ये कॉम्पीटिशन लग्या होया सारे देशों के विच, ते इस कॉम्पीटिशन दे विच घाण किसदा हो रहा है? अपनी पृथ्वी का हो रहा है, अपनी पृथ्वी ते मौजूद रिसोर्सिस का हो रहा है, साधना का हो रहा है। ठीक है, मनुख इंज नहीं जानता कि बहुत सारे साधन ने जिहड़े अजिहे साधन ने जिन्हां दा भंडार निश्चित है, जिहड़े आपां नूं एक लिमिट दे विच ही प्राप्त हो सकते हैं, ज़्यादा मात्रा दे विच धरती ते मौजूद नहीं हो गए हैगे। वो जिहड़ा एक बार खत्म होने ते शायद दोबारा प्राप्त कभी नहीं हुंदा आपां नूं। ठीक है, बहुत सारे अजिहे साधन ने जिहड़े कि जेकर एक बार खत्म हो गए तो मनुख बहुत ज़्यादा पछताऊगा, दोबारा प्राप्त नहीं होने आपां नूं कभी भी। जिस तरह नान विआउणयोग साधन आपां कीता सी, नॉन रिन्यूएबल रिसोर्सिस बारे आपां पढ़िया सी, जिवें कोला ते पैट्रोलीयम, जे एक बार ये खत्म हो गए तो दोबारा प्राप्त नहीं हो सकते आपां नूं कभी भी। तो मनुख नूं सोच समझ के इन्हां साधनों की वरतों करनी चाहिए है। इस करके अजिहे साधनों नूं साਂਭਣ की लोड़ है सानूं। अगे देखो साधना अते इन्हां दी सांभ संभाल दा आपस दे विच बहुत नेड़े दा संबंध है। साधना की आपां देखो वरतों भी करनी है, पर वरतों आपां इस ढंग दे नाल करनी है भी इन्हां दा आपां खात्मा नहीं करना, सिर्फ वरतों ही करनी है, दुरुपयोग नहीं करना इन्हां दा। साधना की सांभ संभाल तो भाव इन्हां दी पूरी वरतों तो है। वरतों तो आपां करिए जिस विच इन्हां दा दुरुपयोग जां जरूरत तो बिना तबाही ना होवे, इस ढंग दे नाल आपां वरतों करिए भी साधना की वरतों भी हुई जाए पर इसका दुरुपयोग ना होवे। ओके, तो आपां शुरुआत किस तो कर सकते? अपने घर तो कर सकते हैं। घर दे विच देखो बहुत सारिया चीज़ां अजिहियां ने जिन्हां दा आपां बहुत वड्डे पद्धर ते दुरुपयोग करते हैं। बिना गल तो आपां पानी की अन्नेवाह वरतों करते रहने हैं। जिथे एक बाल्टी की जरूरत है उत्थे आपां 3 बाल्टियां का प्रयोग करते हैं। तो जेकर आपां नहीं सोचांगे तो बाकी लोग किवें सोचणगे? तो आपां घर तो ही, स्कूल तो ही इसकी शुरुआत करिए। साधना का दुरुपयोग होने तो आपां की करिए? लोकां नूं प्रेरित करिए। ओके जी, दूजे शब्दों में इन्हां दा उपयोग सही विकास और लंबे समय वास्ते हो सके ताकि आने वाली पीढ़ियां वास्ते की होवे इन्हां दा आनंद माण सकण। तो देखो मनुख बहुत ही ज़्यादा स्वार्थी प्राणी है। एक वो चाहता भी हुण आपां साधना का इस्तेमाल पूरे वड्डे पद्धर ते करिए, आने वाली जनरेशन के वास्ते नहीं कोई सोच रहा। ओके, इस तो इलावा ऐ नहीं पता थोड़े सालों बाद ही रिसोर्स खत्म हो जाण, जिवें पानी का लैवल धरती दे विच बहुत ज़्यादा नीवां जाई जांदा हुण। ठीक है, डूंघियां मोटरां लगाउणियां पै रहीआं आपां नूं। तां आउण वाले समय दे विच इसकी बहुत वड्डे पद्धर ते कमी आउण वाली है, तो उदों मनुख नूं पछतावे का सामना करना पऊगा। तो इस करके हुणे ही इसकी सांभ संभाल आपां वधिया तरीके दे नाल करिए, सही इसका उपयोग करिए ताकि आपां इसकी लंबे समय तक इसकी वरतों करते आइए। ठीक है,
ਇਸ ਦੀ ਆਪਾਂ ਨੂੰ ਦੁਰਵਰਤੋਂ ਨਹੀਂ ਕਰਨੀ ਚਾਹੀਦੀ, ਵਰਤੋਂ ਆ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਕਰਨੀ ਚਾਹੀਦੀ ਹੈ। ਸਾਂਭ ਸੰਭਾਲ ਤਾਂ ਹਰ ਕਿਸਮ ਦੇ ਸਾਧਨਾਂ ਲਈ ਜ਼ਰੂਰੀ ਹੈ, ਪਰੰਤੂ ਜਿਹੜੇ ਸਾਧਨ ਜਿਵੇਂ ਕਿ ਖਣਿਜ ਪਦਾਰਥ ਦੁਬਾਰਾ ਮਿਲਣਯੋਗ ਨਹੀਂ ਹਨ ਉਹਨਾਂ ਵਾਸਤੇ ਇਹ ਅਤੀ ਜ਼ਰੂਰੀ ਲੋੜੀਂਦੀ ਹੈ। ਓਕੇ, ਸਾਰੇ ਸਾਧਨਾਂ ਦੇ ਹੀ ਆਪਾਂ ਨੂੰ ਵਰਤੋਂ ਆ ਜਿਹੜੀ ਸਾਂਭ ਸੰਭਾਲ ਆ ਜਿਹੜੀ ਉਹ ਵਧੀਆ ਤਰੀਕੇ ਦੇ ਨਾਲ ਕਰਨੀ ਚਾਹੀਦੀ ਹੈ, ਉਸ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ। ਪਰੰਤੂ ਸਾਰੀਆਂ ਕੁਛ ਚੀਜ਼ਾਂ ਸਾਨੂੰ ਦਿਸ ਰਹੀਆਂ ਵੀ ਉਹ ਦੁਬਾਰੇ ਜੇਕਰ ਇੱਕ ਵਾਰੀ ਖਤਮ ਹੋ ਗਈਆਂ ਤਾਂ ਦੁਬਾਰੇ ਧਰਤੀ 'ਤੇ ਨਹੀਂ ਆਉਣੀਆਂ, ਜਿਵੇਂ ਖਣਿਜ ਪਦਾਰਥ ਹੋ ਗਏ। ਜੇਕਰ ਇੱਕ ਵਾਰੀ ਇਹ ਖਤਮ ਹੋ ਗਏ ਤਾਂ ਦੁਬਾਰੇ ਇਹ ਕਦੇ ਵੀ ਧਰਤੀ 'ਤੇ ਪੈਦਾ ਨਹੀਂ ਹੋਣੇ, ਬਹੁਤ ਲੰਬਾ ਸਮਾਂ ਲੱਗ ਜਾਂਦਾ ਪੈਦਾ ਹੋਣ ਵਾਸਤੇ। ਠੀਕ ਹੈ, ਤਾਂ ਜਿਹੜੇ ਹਿਸਾਬ ਨਾਲ ਇਸ ਦੀ ਦੁਰਵਰਤੋਂ ਹੋ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁੜ ਪੈਦਾ ਨਹੀਂ ਹੋ ਸਕਣਗੇ। ਇਸ ਕਰਕੇ ਇਹਨਾਂ ਦੀ ਸਾਂਭ ਸੰਭਾਲ ਸਾਨੂੰ ਕਰਨੀ ਚਾਹੀਦੀ ਹੈ, ਧਿਆਨ ਦੇ ਨਾਲ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਕ ਅਨੁਮਾਨ ਦੇ ਅਨੁਸਾਰ ਜੇਕਰ ਪਥਰਾਟ ਬਾਲਣ ਨੇ ਜਿਹੜੇ ਫੋਸਿਲ ਫਿਊਲਸ ਨੇ ਜਿਵੇਂ ਕਿ ਕੋਲਾ ਹੋ ਗਿਆ, ਪੈਟਰੋਲੀਅਮ ਹੋ ਗਿਆ, ਇਸੇ ਹੀ ਗਤੀ ਨਾਲ ਜੇਕਰ ਵਰਤਦੇ ਰਹੇ ਆਪਾਂ ਤਾਂ ਲਗਭਗ 80% ਪਥਰਾਟ ਬਾਲਣ ਇੱਕ ਸਦੀ ਵਿੱਚ ਹੀ ਖਤਮ ਹੋ ਜੂਗਾ। ਜੇਕਰ ਇਸੇ ਤਰੀਕੇ ਦੇ ਨਾਲ ਜਿਵੇਂ ਹੁਣ ਆਪਣੀ ਸਪੀਡ ਚੱਲ ਰਹੀ ਹੈ, ਰੋਜ਼ਾਨਾ ਬਹੁਤ ਵੱਡੇ ਪੱਧਰ 'ਤੇ ਕੋਲੇ ਦੀ ਵਰਤੋਂ ਹੋ ਰਹੀ ਹੈ, ਬਹੁਤ ਵੱਡੇ ਪੱਧਰ 'ਤੇ ਪੈਟਰੋਲੀਅਮ ਦੀ ਵਰਤੋਂ ਹੋ ਰਹੀ ਹੈ, ਜੇਕਰ ਐਸੇ ਤਰ੍ਹਾਂ ਹੀ ਇਹ ਗਤੀ ਚੱਲਦੀ ਰਹੀ ਤਾਂ ਆਉਣ ਵਾਲੀ ਇੱਕ ਸਦੀ ਦੇ ਵਿੱਚ ਸਾਨੂੰ ਇਹ ਦਿਖਾਈ ਨਹੀਂ ਦੇਣੇ ਕਿਤੇ ਵੀ ਪ੍ਰਿਥਵੀ 'ਤੇ, ਖਾਤਮਾ ਹੋ ਜੂ ਬਿਲਕੁਲ ਹੀ ਇਸ ਦਾ। ਤਾਂ ਅੱਗੇ ਲਿਖਿਆ ਇਹਨਾਂ ਨੇ, ਕਹਿੰਦਾ ਸਾਨੂੰ ਹੋਰ ਸਾਧਨਾਂ ਜਿਵੇਂ ਮਿੱਟੀ, ਪਾਣੀ, ਜੰਗਲ ਆਦਿ ਸਾਰਿਆਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ, ਸਾਰੇ ਹੀ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਧਿਆਨ ਰੱਖਿਆ ਜਾਵੇ ਕਿ ਵਰਤੋਂ ਸਮੇਂ ਇਹਨਾਂ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ। ਜਿਵੇਂ ਤੁਹਾਨੂੰ ਮੈਂ ਦੱਸ ਕੇ ਹਟਾਂਗਾ, ਆਪਾਂ ਆਪਣੇ ਘਰਾਂ ਤੋਂ ਹੀ ਸ਼ੁਰੂਆਤ ਕਰੀਏ, ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਾਂ ਪ੍ਰੇਰਿਤ ਕਰੀਏ ਵੀ ਆਪਾਂ ਸਾਧਨਾਂ ਦੀ ਸਾਂਭ ਸੰਭਾਲ ਕਰਨੀ ਹੈ। ਦੂਸਰੀ ਗੱਲ, ਆਪਾਂ ਸਮਾਜ ਦੇ ਵਿੱਚ ਇਸ ਗੱਲ ਨੂੰ ਆਪਾਂ ਫੈਲਾਈਏ ਵੀ ਸਾਧਨਾਂ ਦੀ ਜਿਹੜੀ ਵਰਤੋਂ ਹੈ ਉਹ ਸਾਨੂੰ ਵਧੀਆ ਤਰੀਕੇ ਦੇ ਨਾਲ ਕਰਨੀ ਚਾਹੀਦੀ ਹੈ, ਉਹਨਾਂ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ। ਧਿਆਨ ਰੱਖਿਆ ਜਾਵੇ ਕਿ ਵਰਤੋਂ ਸਮੇਂ ਇਹਨਾਂ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ, ਦੁਬਾਰਾ ਵਰਤੇ ਜਾ ਸਕਣ ਵਾਲੇ ਸਾਧਨਾਂ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾਵੇ। ਜੇਕਰ ਆਪਾਂ ਕਿਸੇ ਸਾਧਨ ਨੂੰ ਪ੍ਰਯੋਗ ਕਰ ਲਿਆ ਅਤੇ ਆਪਾਂ ਨੂੰ ਪਤਾ ਗਾ ਵੀ ਇਸ ਨੂੰ ਆਪਾਂ ਦੁਬਾਰਾ ਪ੍ਰਯੋਗ ਕਰ ਸਕਦੇ ਹਾਂ, ਦੁਬਾਰਾ ਇਸ ਦੀ ਵਰਤੋਂ ਆਪਾਂ ਕਰ ਸਕਦੇ ਹਾਂ, ਤਾਂ ਸਾਨੂੰ ਅਜਿਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਉਹਨਾਂ ਸਾਧਨਾਂ ਦੀ ਸਾਨੂੰ ਮੁੜ ਉਪਯੋਗ ਉਸ ਦਾ ਕਰਨਾ ਚਾਹੀਦਾ ਹੈ। ਇਹਨਾਂ ਦੀ ਵਰਤੋਂ ਸੰਬੰਧੀ ਨਿਯਮ ਬਣਾਏ ਜਾਣ, ਸਰਕਾਰ ਨੂੰ ਇਹ ਜ਼ਰੂਰੀ ਹੈ ਵੀ ਇਹਨਾਂ ਦੀ ਵਰਤੋਂ ਸੰਬੰਧੀ ਸਖਤ ਕਾਨੂੰਨ ਬਣਾਏ ਜਾਣ ਤਾਂ ਕਿ ਇਹਨਾਂ ਦਾ ਸਹੀ ਉਪਯੋਗ ਹੋਵੇ। ਸਾਧਨਾਂ ਦੀ ਵਰਤੋਂ ਕਰਨ ਵਾਲਿਆਂ ਦੇ ਗਿਆਨ ਦਾ, ਵਿੱਦਿਆ ਦਾ ਅਤੇ ਤਕਨੀਕੀ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਜਾਵੇ। ਸਾਨੂੰ ਇਹ ਸਮਝਾਇਆ ਜਾਣਾ ਚਾਹੀਦਾ, ਠੀਕ ਹੈ, ਸਾਰੇ ਲੋਕਾਂ ਨੂੰ ਇਹ ਦਰਸਾਇਆ ਜਾਣਾ ਚਾਹੀਦਾ, ਦੱਸਣਾ ਚਾਹੀਦਾ ਹੈ, ਉਹਨਾਂ ਨੂੰ ਗਿਆਨ ਕਰਵਾਉਣਾ ਚਾਹੀਦਾ ਹੈ, ਵਿੱਦਿਆ ਦੇ ਰਾਹੀਂ ਅਤੇ ਤਕਨੀਕੀ ਸਿੱਖਿਆ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਵੀ ਸਾਧਨਾਂ ਦੀ ਵਰਤੋਂ ਆ ਜਿਹੜੀ ਉਹ ਆਪਾਂ ਨੂੰ ਵਧੀਆ ਢੰਗ ਦੇ ਨਾਲ ਕਰਨੀ ਜ਼ਰੂਰੀ ਹੈ। ਉਸ ਤੋਂ ਬਾਅਦ ਦੇਖੋ, ਸਾਧਨਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਸਾਧਨਾਂ ਦੀ ਸਾਂਭ ਸੰਭਾਲ ਬਾਰੇ ਜਾਗਰਤੀ ਪੈਦਾ ਕੀਤੀ ਜਾਵੇ। ਤਾਂ ਇਹ ਹੋ ਗਿਆ ਆਪਣਾ ਲੈਸਨ ਕੰਪਲੀਟ। ਸਾਰੇ ਬੱਚਿਆਂ ਨੇ ਧਿਆਨ ਦੇ ਨਾਲ ਕਰਨਾ। ਆਹ ਸਾਰੀਆਂ ਟਰਮਸ ਆਪਾਂ ਕਰ ਚੁੱਕੇ ਹਾਂ। ਸਾਧਨ ਕੀ ਨੇ? ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਨੇ, ਵਿਕਾਸ ਲਈ ਜ਼ਰੂਰੀ ਨੇ, ਠੀਕ ਹੈ। ਫਿਰ ਆਪਾਂ ਪਰਿਭਾਸ਼ਾ ਕੀਤੀ ਹੈ ਇਸ ਦੀ ਵੀ ਸਾਧਨ ਕੀ ਹੁੰਦੇ ਨੇ? ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ, ਕੁਦਰਤੀ ਵੀ ਹੋ ਸਕਦੇ ਨੇ ਅਤੇ ਮਨੁੱਖ ਦੁਆਰਾ ਵੀ ਬਣਾਏ ਗਏ ਹੋ ਸਕਦੇ ਨੇ, ਅਰਥਵਾਨ ਪਦਾਰਥ ਜਿਨ੍ਹਾਂ ਦੀ ਮਨੁੱਖ ਆ ਜੋ ਕੀ ਕਰਦਾ ਗਾ, ਆਪਣੀ ਲੋੜ ਲਈ ਵਰਤੋਂ ਕਰਦਾ ਅਤੇ ਇਹਨਾਂ ਦੀ ਪੂਰਤੀ ਕਰਦਾ। ਕਿਸਮਾਂ ਆਪਾਂ ਕਰ ਚੁੱਕੇ ਹਾਂ ਇਸ ਦੀਆਂ, ਜੀਵ ਅਤੇ ਨਿਰਜੀਵ ਸਾਧਨ, ਵਿਕਸਤ ਅਤੇ ਸੰਭਾਵਿਤ, ਮੁੱਕਣਯੋਗ ਅਤੇ ਨਾ ਮੁੱਕਣਯੋਗ, ਮਿੱਟੀ ਅਤੇ ਭੂਮੀ, ਸਮੁੰਦਰੀ ਅਤੇ ਖਣਿਜ, ਮਨੁੱਖੀ ਸਾਧਨ। ਇਹ ਸਾਰਿਆਂ ਬਾਰੇ ਆਪਾਂ ਡਿਟੇਲ ਦੇ ਵਿੱਚ ਜਾਣਕਾਰੀ ਹਾਸਲ ਕੀਤੀ ਹੈ। ਤਾਂ ਇਹਨਾਂ ਦੀ ਸਾਂਭ ਸੰਭਾਲ ਬਾਰੇ ਵੀ ਆਪਾਂ ਜਾਣਕਾਰੀ ਪ੍ਰਾਪਤ ਕੀਤੀ ਹੈ, ਠੀਕ ਹੈ। ਤਾਂ ਸਾਰੇ ਬੱਚਿਆਂ ਨੇ ਚੰਗੀ ਤਰ੍ਹਾਂ ਇਸ ਲੈਸਨ ਨੂੰ ਸਮਝਣਾ ਹੈ। ਜੇ ਇੱਕ ਵਾਰੀ ਸਮਝ ਨਹੀਂ ਆਉਂਦਾ ਦੁਬਾਰੇ ਵੀਡੀਓ ਦੇਖੋ, ਠੀਕ ਹੈ, ਬੈਕ ਕਰਕੇ ਦੇਖੋ, ਪਰ ਚੰਗੀ ਤਰ੍ਹਾਂ ਤੁਸੀਂ ਲੈਸਨ ਨੂੰ ਸਮਝਣਾ। ਉਸ ਤੋਂ ਬਾਅਦ ਇਹ ਕੁਐਸਚਨ ਕਰ ਲੈਣੇ ਆ ਤੁਸੀਂ ਨੋਟਬੁੱਕ ਦੇ ਉੱਪਰ ਆਪਣੇ, ਅਤੇ ਇਹਨਾਂ ਨੂੰ ਯਾਦ ਕਰ ਲੈਣਾ ਗਾ। ਓਕੇ ਬੇਟਾ, ਤਾਂ ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਜੇ ਨਹੀਂ ਪਤਾ ਲੱਗਿਆ ਤਾਂ ਦੁਬਾਰੇ ਤੁਸੀਂ ਪੁੱਛ ਲਓ। ਜੇਕਰ ਕਿਸੇ ਦਾ ਕੋਈ ਕੁਐਸਚਨ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣਾ ਲਿਖ ਸਕਦਾ, ਉੱਥੇ ਮੈਂ ਰਿਪਲਾਈ ਕਰ ਦੂੰ। ਹਾਂਜੀ ਬੇਟਾ, ਵੀਡੀਓ ਤੁਹਾਨੂੰ ਪਸੰਦ ਆਈ ਤਾਂ ਲਾਈਕ ਕਰੋ ਅਤੇ ਵੱਧ ਤੋਂ ਵੱਧ ਬੱਚਿਆਂ ਦੇ ਨਾਲ ਸ਼ੇਅਰ ਕਰੋ, ਦੂਸਰੇ ਸਾਥੀਆਂ ਦੇ ਨਾਲ। ਓਕੇ ਜੀ, ਥੈਂਕ ਯੂ।